जुद्ध जिते इन्हीं के प्रसाद, इन्हीं के प्रसाद सो दान करे। आग आगटर इन्हीं के प्रसाद, इन्हीं के प्रसाद सब धाम परे। इन्हीं के प्रसाद सो विद्यालयी, इन्हीं के प्रसाद सब सत्र मरै। इन्हीं की कृपा के सजे हम हैं, नहीं मोह से गरीब करोड़ परे। दसम कथा भगत की, भाखा करी बनाए। अवर वासना नाहे प्रभ, धर्म युद्ध के चाय। कृपा करहो दीन के दाते, मेरा गुण अवगुण ना विचारो कोई। माटी का क्या धोपै स्वामी, मानस की गात एही। सगल द्वार को छाड़ के, गए हो तुहारो द्वार। बाहे गहे की लाज अस, गोविंद दास तुहार। सतनाम श्री वाहिगुरु साहिब जीओ। कसम मुसहफे खुदे गर इकरम, ना फौजे अजीजे ना सुम अफगन। कसम मुसहफे खुदे गर इकरम। परम सन्मानयोग गुरु रूप गुरु स्वरूप खालसा साध संगत जी, श्री दसम बाणी जी दी जफरनामा साहिब बाणी दी लड़ीवार कथा आरंभ है। गुरुदेव ने कृपा कीती, पिछे 17 शेरां दी व्याख्या हुई है। गुरु साहब पहले 12 शेरां दे विच श्री अकाल जी दी उस्तत करते हैं, वाहिगुरु जी दी उपमा करते हैं। फिर औरंगजेब नूं अगे लिखते हैं दास्तान, ते दास्तान दे विच महाराज सारा हाल दसदे हैं, किवें सौवां तोड़ियां गईयां, किवें हमला होया। सो अगे दी विचार व्याख्या शुरू करन तो पहला साहिबे कमाल गुरु गोबिंद सिंह जी महाराज दी बख्शी मुकद्दस फतेह बुलंद करिए। कोई रसना खाली ना रवे। आखना जी वाहिगुरु जी का खालसा वाहिगुरु जी की फतेह। महाराज अगे औरंगजेब नूं पत्तर दे विच जिस जफरनामे साहब जी का अर्थ है, जित दी चिट्ठी दे विच 18 नंबर बैंत दे विच गुरु कलगीधर पातशाह महाराज फरमान पे करदे हन। कसम मुसहफे खुदे गर इकरम, न फौजे अजीजे रासुम अफगनम। गुरु साहब कहते औरंगजेब, जेकर मैं तेरी उस गुप्त फरेब दे सौं दे उत्ते यकीन ना करदा, भाव कि जेड़िया तू गुप्त फरेब भाव कि दिल दे विच खोट रख के सौं चुकी सी। सौं तां एक मुकद्दस ग्रंथ दी तू चुकी, कुरान दी सौं चुकी, पर दिल दे विच खोट सी। तेरी दिल दी खोट वाली सौं दे उपर जेकर मैं यकीन ना करदा, ते महाराज कहते ना फौजे अजीजे रासुम अफगनम, मैं अपने अजीज
ਪਿਆਰੀ ਫੌਜ ਪਿਆਰੇ ਸਿੰਘਾਂ ਨੂੰ ਲੰਗੜੇ ਨਾ ਕਰਵਾਉਂਦਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇੱਥੇ ਵਡਿਆਈ ਖਾਲਸੇ ਨੂੰ ਬਖਸ਼ਦੇ ਨੇ। ਪਿਆਰੇ ਕਹਿੰਦੇ ਨੇ ਖਾਲਸੇ ਜੀ ਨੂੰ, ਕਹਿੰਦੇ ਅਜ਼ੀਜ਼ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਨੂੰ ਪਿਆਰ ਬੜਾ ਕਰਦੇ ਨੇ। ਵੈਸੇ ਤਾਂ ਸਾਰੀ ਕਾਇਨਾਤ ਹੀ ਗੁਰੂ ਕਲਗੀਧਰ ਪਾਤਸ਼ਾਹ ਦੀ ਔਲਾਦ, ਪਰ ਗੱਲ ਕਰੀਏ ਤੇ ਆਪਣੇ ਜਿਗਰ ਦੇ ਟੋਟੇ, ਆਪਣਾ ਖੂਨ ਸਾਹਿਬਜ਼ਾਦੇ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ ਨੂੰ ਜੰਗ ਦੇ ਵਿੱਚ ਸ਼ਹੀਦ ਕਰਵਾ ਲੈਂਦੇ ਨੇ। ਤੇ ਇੰਨਾ ਪਿਆਰ ਖਾਲਸੇ ਨਾਲ ਕੀਤਾ, ਇੰਨਾ ਅਜ਼ੀਜ਼ ਗੁਰੂ ਕੇ ਸਿੰਘ ਨੂੰ ਮੰਨਿਆ, ਸਿੰਘਾਂ ਨੂੰ ਇਹ ਤੋਹਫਾ ਪ੍ਰੇਮ ਦਾ ਦਿੱਤਾ ਕਿ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਨੂੰ ਫਿਰ ਚਮਕੌਰ ਦੀ ਗੜੀ 'ਚ ਕੱਢ ਲੈਂਦਾ। ਤੇ ਮਹਾਰਾਜ ਕਹਿੰਦੇ ਔਰੰਗਜ਼ੇਬ ਮੈਨੂੰ ਵੀ ਮੇਰੇ ਸਿੰਘ ਬੜੇ ਪਿਆਰੇ ਨੇ। ਤੇਰੇ ਦਿਲ ਦੇ ਵਿੱਚ ਜਿਹੜੀ ਖੋੜ ਸੀ, ਜੇਕਰ ਉਹਦੇ ਉੱਤੇ ਮੈਂ ਇਤਬਾਰ ਨਾ ਕਰਦਾ ਤੇ ਤੇਰੇ ਦਿਲ ਦੇ ਵਿੱਚ ਜਿਹੜਾ ਫਰੇਬ ਛੁਪਿਆ ਸੀ, ਗੁਪਤ ਫਰੇਬ, ਮਨ ਦੇ ਅੰਦਰ ਤਾਂ ਧੋਖਾ ਸੀ। ਕਸਮ ਜ਼ਰੂਰ ਤੂੰ ਕੁਰਾਨ ਦੀ ਖਾਂਦਾ ਸੀ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਤੇਰੇ ਮਨ ਦੇ ਵਿੱਚ ਤਾਂ ਕੁਝ ਹੋਰ ਸੀ, ਸਹੁੰ ਤੂੰ ਧਾਰਮਿਕ ਗ੍ਰੰਥ ਦੀ ਖਾ ਰਿਹਾ ਸੀ। ਜੇਕਰ ਤੇਰੀ ਇਸ ਸਹੁੰ ਦੇ ਉੱਪਰ ਮੈਂ ਯਕੀਨ ਨਾ ਕਰਦਾ ਤਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਆਪਣੇ ਪਿਆਰੇ ਸਿੰਘਾਂ ਨੂੰ ਅੱਗੇ ਵਧਾ ਕੇ ਲੰਗੜਾ ਨਾ ਕਰਵਾਉਂਦਾ, ਉਹਨਾਂ ਦੇ ਸਰੀਰ ਤੇ ਜ਼ਖਮ ਨਾ ਹੁੰਦੇ। ਇਸ ਤਰ੍ਹਾਂ ਮਹਾਰਾਜ ਆਪਣੇ ਸਿੰਘਾਂ ਨੂੰ ਵਡਿਆਈ ਬਖਸ਼ਦੇ ਨੇ। ਕੁਰਾਨ ਤੇ ਸਹੁੰ ਖਾਣ ਦਾ ਭਾਵ ਵਾਹਿਗੁਰੂ, ਕੁਰਾਨ ਦੀ ਸਹੁੰ ਦਾ ਯਕੀਨ ਕਰਨ ਤੋਂ ਭਾਵ ਮਹਾਰਾਜ ਦਾ ਸੀ। ਹੁਣ ਕਲਗੀਧਰ ਪਾਤਸ਼ਾਹ ਛੱਲਿਆ ਥੋੜ੍ਹਾ ਜਾ ਸਕਦਾ। ਜੇ ਗੱਲ ਕਰੀਏ, ਜੇ ਕੋਈ ਮਨ 'ਚ ਸਵਾਲ ਲਿਆਵੇ, ਸ਼ੰਕਾ ਕਰੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਹੀ ਨਹੀਂ ਲੱਗਾ ਵੀ ਔਰੰਗਜ਼ੇਬ ਦੇ ਦਿਲ ਵਿੱਚ ਕੀ ਖੋਟ, ਤਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤਾਂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਘੜਾਂ ਘੜਾਂ ਦੀਆਂ ਜਾਣਨ ਵਾਲਾ ਹੈ। ਤਾਂ ਫਿਰ ਕੀ ਆ ਗੱਲ? ਇਹ ਆ ਵੀ ਜੇਕਰ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਯਕੀਨ ਨਾ ਕਰਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੇ ਵੀ ਧਾਰਮਿਕ ਗ੍ਰੰਥਾਂ ਉੱਤੇ ਭਰੋਸਾ ਨਹੀਂ ਸੀ ਕਰਨਾ, ਖਾਸ ਕਰਕੇ ਆਪਾਂ ਸਿੱਖਾਂ ਨੇ। ਆਉਣ ਵਾਲੇ ਸਮੇਂ ਵਿੱਚ ਇਹ ਅਸਰ ਪੈਣਾ ਸੀ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਉਹ ਰੱਬ ਦੀ ਜਿਹੜੀ ਕੁਰਾਨ ਆ, ਜਿਹਦੇ ਉੱਤੇ ਰੱਬ ਦੇ ਅੱਖਰ ਨੇ, ਉਸ ਕੁਰਾਨ ਦਾ ਮੈਂ ਯਕੀਨ ਕੀਤਾ। ਤੇਰੇ ਫਰੇਬ ਦਾ ਤੇ ਪਤਾ ਸੀ। ਜੇਕਰ ਫਰੇਬ ਦਾ ਉੱਤੇ ਮੈਂ ਭਰੋਸਾ ਨਾ ਕਰਦਾ ਤਾਂ ਮੇਰੇ ਵੀ ਸਿੰਘ ਬੜੇ ਮੈਨੂੰ ਪਿਆਰੇ ਸੀ, ਮੈਂ ਵੀ ਇਹਨਾਂ ਨੂੰ ਅੱਗੇ ਵਧਾ ਕੇ ਲੰਗੜਿਆਂ ਨਾ ਕਰਦਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਿੰਘਾਂ ਨੂੰ ਵਡਿਆਈ ਬੜੀ ਬਖਸ਼ਦੇ। ਮਹਾਰਾਜ ਖੁਦ ਖੁਦਾ ਨੇ, ਅਕਾਲ ਪੁਰਖ ਨੇ ਖੁਦ ਦੁਵੈਤ ਏਕ ਰੂਪ ਹੋ ਗਏ, ਦੋ ਤੋਂ ਇੱਕ ਰੂਪ ਹੋ ਗਏ। ਗੁਰੂ ਕਲਗੀਧਰ ਪਾਤਸ਼ਾਹ ਤੇ ਅਕਾਲ ਪੁਰਖ ਦੇ ਵਿੱਚ ਕੋਈ ਭੇਦ ਨਾ ਰਿਹਾ। ਪਰ ਮਹਾਰਾਜ ਦਾ ਪ੍ਰੇਮ ਵੇਖੋ ਆਪਣੇ ਸਿੰਘਾਂ ਦੇ ਨਾਲ। ਕਿਤੇ ਕਹਿੰਦੇ ਨੇ ਭਾਈ ਜੇਤਾ ਰੰਗਰੇਟਾ ਗੁਰੂ ਕਾ ਬੇਟਾ, ਸਿੰਘਾਂ ਨੂੰ ਗੁਰੂ ਕੇ ਬੇਟੇ ਕਾ ਖਿਤਾਬ ਬਖਸ਼ਦੇ ਨੇ। ਤੇ ਸਾਰੇ ਸਿੱਖਾਂ ਖਾਲਸੇ ਲਈ ਮਹਾਰਾਜ ਕਹਿੰਦੇ ਨੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਹ ਸੇ ਗਰੀਬ ਕਰੋੜ ਪਰੇ। ਕਹਿੰਦੇ ਇਹਨਾਂ ਦੀ ਕਿਰਪਾ ਦੇ ਨਾਲ ਤੇ ਅਸੀਂ ਸਜੇ, ਅਸੀਂ ਸੋਭਦੇ ਹਾਂ, ਨਹੀਂ ਤਾਂ ਮੇਰੇ ਜਿਹੇ ਗਰੀਬ ਬੜੇ ਨੇ। ਸੋ ਕਲਗੀਧਰ ਪਾਤਸ਼ਾਹ ਇੱਥੇ ਅਜ਼ੀਜ਼ ਸ਼ਬਦ ਲਿਖ ਕੇ ਇਹ ਪ੍ਰਮਾਣ ਕਰਦੇ ਹਨ, ਇਹ ਫਰਮਾਨ ਕਰਦੇ ਹਨ ਕਿ ਖਾਲਸਾ ਮੈਨੂੰ ਬੜਾ ਪਿਆਰ, ਖਾਲਸਾ ਮੇਰੀ ਜਾਨ ਕੀ ਜਾਨ। ਤੇ ਮੈਨੂੰ ਕੋਈ ਸ਼ੌਂਕ ਨਹੀਂ ਸੀ ਵੀ ਤੇਰੀ ਇਸ ਝੂਠੀ ਕਸਮ ਉੱਤੇ ਵਿਸ਼ਵਾਸ ਕਰਕੇ ਤੇ ਆਪਣੀਆਂ ਫੌਜਾਂ, ਜਾਣ ਤੋਂ ਪਿਆਰੇ ਸਿੰਘ ਮੈਂ ਲੰਗੜੇ ਕਰਵਾਉਣਾ, ਸ਼ਹੀਦ ਕਰਵਾਉਣਾ। ਗੱਲ ਫਿਰ ਖੁਦਾ ਦੀ ਆ ਗਈ, ਕੁਰਾਨ ਦੀ ਆ ਗਈ। ਇਸ ਵਾਸਤੇ ਤੇਰੀ ਝੂਠੀ ਸਹੁੰ ਦੇ ਉੱਤੇ ਵੀ ਮਹਾਰਾਜ ਕਹਿੰਦੇ ਇਤਬਾਰ ਕਰਨਾ ਪਿਆ। ਫਿਰ 18 ਸ਼ੇਰਾਂ ਤੱਕ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਹੁੰ ਦਾ ਜ਼ਿਕਰ ਕੀਤਾ, ਜਿਹੜੀ ਔਰੰਗਜ਼ੇਬ ਨੇ ਝੂਠੀ ਸਹੁੰ ਖਾਧੀ ਸੀ। ਗੁਰਦੇਵ ਕਿਰਪਾ ਕਰੇ ਹੁਣ ਮਹਾਰਾਜ ਅੱਗੇ ਬਿਆਨ ਕਰਨਗੇ, ਫਰਮਾਨ ਕਰਨਗੇ। ਜਦੋਂ ਗੁਰੂ ਸਾਹਿਬ ਮਹਾਰਾਜ ਚਮਕੌਰ ਸਾਹਿਬ ਦੀ ਗੜੀ ਅੰਦਰ ਜਾ ਬਿਰਾਜੇ, ਜਦੋਂ ਸਰਸਾ ਨਦੀ ਤੇ ਵਿਛੋੜਾ ਪਿਆ,
ਅੱਗੇ ਫਿਰ ਮਹਾਰਾਜ ਨੇ ਪੜਾ ਕੀਤੇ ਕੋਟਲਾ ਨਿਹੰਗ ਖਾਂ ਰੋਪੜ, ਜਿੱਥੇ ਗੁਰਦੁਆਰਾ ਭੱਠਾ ਸਾਹਿਬ ਸੁਸ਼ੋਭਿਤ ਹੈ, ਉੱਥੇ ਮਹਾਰਾਜ ਨੇ ਪੜਾਅ ਕੀਤਾ। ਉੱਥੇ ਭਾਈ ਬਚਿੱਤਰ ਸਿੰਘ ਜੀ ਸ਼ਹੀਦੀ ਪ੍ਰਾਪਤ ਹੋਈ। ਫਿਰ ਮਹਾਰਾਜ ਉੱਥੋਂ ਫਿਰ ਚਮਕੌਰ ਸਾਹਿਬ ਦੀ ਗੜੀ ਵਿੱਚ ਚਲੇ ਗਏ, ਉੱਥੇ ਮਹਾਰਾਜ ਨੇ ਮੋਰਚਾ ਲਾਇਆ। ਇਸ ਬਾਬਤ ਮਹਾਨ ਉਰਦੂ ਦਾ ਸ਼ਾਇਰ अल्लाह यार खां योगी लिखता है, कहता जिस खिते में हम कहते थे आना ये वही है। चमकौर साहब बाबत लिखता है। भाई दया सिंह जी नूं गुरु गोबिंद सिंह महाराज कहते जिस खिते में हम कहते थे आना ये वही है, कल लुट कर जिस जगह से जाना ये वही है, जिस जा पे है बच्चों को कटाना ये वही है, मट्टी कह देती है ठिकाना ये वही है। कहते जिथे कहते से ना असीं आउणा ये जगह उही चमकौर साहब आ, जिथे कल साहिबजादे शहीद करवाने हैं, जिस जगह सब कुछ कुर्बान करके वार करके पंथ के उपरों जाना ये उही जगह है। अल्लाह यार खां योगी एक बड़ा प्यारा शेर होर लिखता है, बस एक है हिंद में तीर्थ यात्रा के लिए, कटाए बाप ने बच्चे यहाँ खुदा के लिए। कहते हिंदुस्तान के लोगों, भारत वर्ष के लोगों, तुहानू यात्रा करने का बड़ा शौक है, ये यात्रा करनी है तो एक जगह की करो, बस एक है हिंद में तीर्थ यात्रा के लिए, इको तीर्थ लायका यात्रा दे, कटाए बाप ने बचे यहाँ खुदा के लिए। अकाल पुरख वाहिगुरू दे लई, अकाल पुरख वाहिगुरू दे इस मनुखता लई जिसे गुरु गोबिंद सिंह महाराज ने साहिबजादे शहीद करवाए, वो जगह तीर्थ दे लायक है चमकौर साहब बाबत अल्लाह यार खां योगी दे एक पाक विचार। सो रहो विचार महाराज फिर चमकौर गढ़ी का हाल कुछ इस तरह बयान करते हैं। गुरसने चिकारे को नद चहल नर, के दह लख बर आयद बरो बेखबर। कलगीधर पातशाह महाराज कहते औरंगजेब वेख, गुरसनेह चिकारे को नद चहल नर, गुरसने भाव भुखे, चेकारे की करदे कुनद चेहल नर, मेरे 40 शेर नर, शेर का नाम हुंदा फारसी दे विच, नर मनुख नूं भी कह दिंदे ते नर नाम शेर बाग दा हुंदा फारसी दे विच। कहंदे मेरे 40 भुखे शेर 40 सिंह की करदे, हुण इकल्ली बहादरी भी की करे औरंगजेब चमकौर साहब दी गढ़ी दे विच, जदों के दे लख बर आयद बरो बेखबर, जदों की 10 लाख की फौज बरियाए तो भाव चढ़ाई करना हमला करना, बरो बेखबर उपर बेखबर बिना किसी चेतावनी तो। हालांकि सूरमा जड़ा चेतावनी ललकार के वार करदा, पर तेरी 10 लाख की फौज जदों बिना चेतावनी बिना ललकारे ने चढ़ाई कर दी, हमला कर दिता, उत्थे फिर मेरे 40 सिंह भी की करदे, की मुकाबला रह गया। तैनूं शर्म ना आई औरंगजेब? देखो भी कई साडे प्रचारक इवें दे ने भी आपे भंडन नूं लगे ने। गुरु कलगीधर पातशाह उन्हां नूं शायद लगदा गुरु गोबिंद सिंह महाराज भी साडे वर्गा ही आम इंसान। गुरु गोबिंद सिंह महाराज कहते असीं लखां ने एक लड़ा देंगे। अल्लाह यार खां योगी भी लिखदा, चिड़ियों को आज भी मैं लड़ा दूंगा बाज से। कलगीधर पिताजी कहते चिड़ियों को आज भी मैं लड़ा दूंगा बाज से। ते ओ साडे प्रचारक कहते भी नहीं 10 लाख का घेरा नहीं सी। की गल गुरु गोबिंद सिंह महाराज 1.25 लाख ने एक नहीं लड़ा सकते सी? साडे गुरु ते शक शंका। कहते नहीं 10 लाख का घेरा नहीं सी, थोड़े होने सिपाही आपो अपनी बुद्धि दे नाल वो वर्थ करते ने जां तर्क देंदे ने, पर हुण ते कोई दलील ही नहीं रह जाती। जदों कलगीधर पातशाह अपने हस्त कमलों नाल लिखते ने, गुरसने चिकारे कुनद चेल नर, के 10 लाख की 10 लाख के 10 लाख बराए दे बरो खबर, जदों तेरी 10 लाख की फौज बिना खबर तो चढ़ाई की। हुण कलगीधर पिता झूठ थोड़ा बोलणगे जे आपां गल भी करिए। चलो कोई सिख आ महाराज की वडियाई करदा उस्तत करदा प्रचारक मन सकते हैं भी वो अपने गुरु की उस्तत करने भी थोड़े वधा चढ़ा के दस देवे भी इंज नहीं सी इदां सी।
ਥੋੜ੍ਹੀ ਉਸਤਤ ਕਰ ਲਈ, ਆਪਣੇ ਕੋਲੋਂ ਕੁਝ ਚੀਜ਼ਾਂ ਵਿੱਚ ਪਾ ਦੇਵੇ, ਵਾਧਾ ਕਰ ਦੇ। ਪਰ ਹੁਣ ਇੱਥੇ ਗੁੰਜਾਇਸ਼ ਹੀ ਤਰਕ ਦੀ ਕੋਈ ਨਹੀਂ ਰਹਿ ਜਾਂਦੀ, ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਕਿ 10 ਲੱਖ ਬਰ ਆਇਦ ਬਰੋ ਖਬਰ। ਔਰੰਗਜ਼ੇਬ ਤੇਰੀ 10 ਲੱਖ ਦੀ ਫੌਜ ਨੇ ਬਿਨਾਂ ਚੇਤਾਵਨੀ ਤੋਂ, ਬਿਨਾਂ ਲਲਕਾਰ ਤੋਂ ਸਾਡੇ ਤੇ ਚੜ੍ਹਾਈ ਕੀਤੀ, ਫਿਰ ਉੱਥੇ ਮੇਰੇ 40 ਸਿੰਘ ਵੀ ਕੀ ਕਰ ਸਕਦੇ ਸਨ। ਹੁਣ ਔਰੰਗਜ਼ੇਬ ਨੂੰ ਇਹ ਮਹਾਰਾਜ ਕਹਿੰਦੇ ਤੈਨੂੰ ਸ਼ਰਮ ਨਾ ਆਉਂਦੀ? ਕੀ ਮੁਕਾਬਲਾ ਹੈ 10 ਲੱਖ ਦਾ ਤੇ 40 ਦਾ? ਇਹ ਤੇਰੀ ਬਾਦਸ਼ਾਹੀ ਦੇ ਉੱਤੇ ਵੀ ਕਲੰਕ ਹੈ ਔਰੰਗਜ਼ੇਬ। ਕਿਸ ਗੱਲ ਦਾ ਬਹਾਦਰ ਹੈ? ਹੁਣ ਗੁਰੂ ਕੇ ਸਿੰਘਾਂ ਦਾ ਇੰਨਾ ਖੌਫ, 40 ਸਿੰਘਾਂ ਨੂੰ ਫੜਨ ਵਾਸਤੇ, 40 ਸਿੰਘਾਂ ਨੂੰ ਦਾ ਖੁਰਾ ਖੋਜ ਮਿਟਾਉਣ ਵਾਸਤੇ 10 ਲੱਖ ਦੀ ਫੌਜ ਭੇਜੀ। ਇਹ ਇਕੱਲੇ ਔਰੰਗਜ਼ੇਬ ਦੀ ਫੌਜ ਨਹੀਂ ਸੀ, ਇਹਦੇ ਵਿੱਚ ਲੱਲਾ ਬੇਗ, ਪਹਾੜੀ ਰਾਜੇ, ਵਜ਼ੀਰ ਖਾਂ, ਛੋਟੇ ਮੋਟੇ ਸੂਬੇਦਾਰ, ਸਾਰਿਆਂ ਦੀ ਫੌਜ ਮਿਲਾ ਕੇ 10 ਲੱਖ ਦੀ ਫੌਜ ਬਣਦੀ ਸੀ। ਤੇ ਕੁਝ ਇਤਿਹਾਸਕਾਰ ਇੱਦਾਂ ਲਿਖਦੇ, ਕਹਿੰਦੇ ਇੰਨੀ ਫੌਜ ਸੀ ਵੀ ਜੇਕਰ ਇੱਕ ਇੱਕ ਮੁੱਠੀ ਮਿੱਟੀ ਦੀ ਭਰ ਕੇ ਵੀ ਚਮਕੌਰ ਸਾਹਿਬ ਵੱਲ ਚੁੜਦੇ ਤੇ ਗੜੀ ਮਿੱਟੀ 'ਚ ਨੱਪ ਦਿੰਦੇ, ਇੰਨੀ ਤਾਦਾਦ ਦੇ ਵਿੱਚ ਫੌਜ ਸੀ। ਪਰ ਗੁਰਬਾਣੀ ਦਾ ਫਰਮਾਨ ਹੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ। ਗੁਰੂ ਸਾਡੇ ਵੱਲ ਹੈ ਤਾਂ ਲੱਖਾਂ ਬਾਹਾਂ ਕੀ ਕਰ ਸਕਦੀਆਂ ਨੇ? ਤੇ ਕੀ ਕਰ ਸਕੀਆਂ ਔਰੰਗਜ਼ੇਬ ਚਮਕੌਰ ਦੀ ਗੜੀ ਦੇ ਵਿੱਚ? ਅਸੀਂ ਈਨ ਨਾ ਮੰਨੇ, ਅਸੀਂ ਬਾਹਾਂ ਖੜੀਆਂ ਕਰਕੇ ਬਾਹਰ ਨਾ ਆਏ, ਗ੍ਰਿਫਤਾਰੀ ਨਾ ਦਿੱਤੀ, ਜਾਂ ਤੇਰੇ ਸਿਪਾਹੀ, ਤੇਰੇ ਵਜ਼ੀਰ, ਤੇਰੇ ਜਰਨੈਲ ਸਾਨੂੰ ਝੁਕਾ ਨਾ ਸਕੇ, ਤੇਰੀ 10 ਲੱਖ ਦੀ ਫੌਜ ਵੀ ਗੁਰੂ ਕੇ ਖਾਲਸੇ ਅੱਗੇ ਬੇਕਾਰ ਗਈ। ਪਰ ਤੈਨੂੰ ਸ਼ਰਮ ਚਾਹੀਦੀ, ਗੁਰਸਨੇ ਚਕਾਰੇ ਕੋ ਨਦ ਚਹਿਲ ਨਰ ਕੇ 10 ਲੱਖ ਬਰ ਆਇਦ ਬਰੋ ਬੇਖਬਰ। ਕੀ ਕਰਦੇ ਵਿਚਾਰੇ 40 ਸਿੰਘ ਵੀ ਜਦੋਂ ਉਹਨਾਂ ਤੇ 10 ਲੱਖ ਦੀ ਫੌਜ ਆਣ ਪਵੇ। ਹੁਣ ਤੁਹਾਨੂੰ ਕੋਈ ਰਾਹ ਦੇ ਵਿੱਚ, ਤੁਸੀਂ ਇਕੱਲੇ ਹੋਵੋ, ਕਿੰਨੇ ਕੁ ਬਹਾਦਰ ਹੋਵੋ, ਤੇ 100 ਬੰਦਾ ਘੇਰ ਲਵੇ, ਹੋਵੋ ਤੁਸੀਂ ਇਕੱਲੇ, ਤੇ ਤੁਸੀਂ ਕਿੰਨਾ ਕੁ ਚਿਰ ਮੁਕਾਬਲਾ ਕਰ ਸਕਦੇ ਹੋ? ਇਸ ਤਰ੍ਹਾਂ ਹੀ ਆ 40 ਮਹਾਰਾਜਾ ਦੇ ਬਹਾਦਰੀ ਇਕੱਲੇ ਵੀ ਮੈਦਾਨੇ ਜੰਗ ਵਿੱਚ ਕੀ ਕਰ ਸਕਦੇ, ਜਦੋਂ ਕੋਈ ਬਰਾਬਰਤਾ ਹੀ ਨਹੀਂ ਹੈਗੀ। ਪਰ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਉਸਤਤ ਦੇ ਵਿੱਚ ਅੱਲਾ ਯਾਰ ਖਾਂ ਯੋਗੀ ਲਿਖਦਾ, ਜਿਸ ਰਨ ਮੇਂ ਲੜਾ ਬੇਸਰੋ ਸਮਾਨ ਲੜਾ ਤੂੰ, 100 ਸਿੰਘ ਲੀਏ ਲਾਖੋਂ ਪੇ ਜਾ ਜਾ ਕੇ ਪੜਾ ਤੂੰ। ਕਹਿੰਦੇ ਮਹਾਰਾਜ ਜਿਹੜੀ ਮੈਦਾਨ ਦੇ ਵਿੱਚ ਲੜਿਆ ਹੈ, ਬਾ ਕਮਾਲ ਲੜਿਆ ਹੈ, ਬੇਸਰੋ ਸਮਾਨ ਲੜਿਆ ਤੂੰ, ਬਿਨਾਂ ਹਥਿਆਰਾਂ ਤੋਂ ਵੀ ਲੜਿਆ ਹੈ। ਹੁਣ ਸਮਾਨ ਸਰੋ ਸਮਾਨ, ਬਹੁਤੇ ਹਥਿਆਰ ਚੰਗੇ ਨਹੀਂ ਸੀ, ਤਲਵਾਰਾਂ ਕੁੰਡੀਆਂ ਹੋ ਗਈਆਂ ਸੀ ਉਹਨਾਂ ਦੀਆਂ, ਜਿਹੜੇ ਚਮਕੌਰ ਦੀ ਗੜੀ ਵਿੱਚ ਸਿੰਘ ਡੇਰਾ ਲਾਈ ਬੈਠੇ ਸਨ ਸਰਸਾ ਨਦੀ ਤੇ ਜੰਗ ਕਰਕੇ। ਕੋਈ ਬਹੁਤੀਆਂ ਤੋਪਾਂ ਨਹੀਂ ਸਨ, ਕੋਈ ਬਹੁਤੇ ਇਰਾਕੀ ਘੋੜੇ ਨਹੀਂ ਸਨ, ਬੰਦੂਕਾਂ ਇੰਨੀਆਂ ਨਹੀਂ ਸਨ, ਸ਼ਸਤਰ ਵਧੀਆ ਨਹੀਂ ਸਨ ਉਦੋਂ ਕੋਲ, ਹਾਲਾਤ ਕੁਝ ਐਸਾਂ ਦੇ ਸੀ। ਪਰ ਜਿਸ ਰਨ ਮੇਂ ਲੜਾ ਬੇਸਰੋ ਸਮਾਨ ਲੜਾ ਤੂੰ, 100 ਸਿੰਘ ਲੀਏ ਲਾਖੋਂ ਪੇ ਜਾ ਜਾ ਕੇ ਪੜਾ ਤੂੰ। ਮੁੱਠੀ ਭਰ ਸਿੰਘ ਲੱਗੇ, ਲੱਖਾਂ ਨੂੰ ਢਾਹ ਲਿਆ ਗੁਰੂ ਕਲਗੀਧਰ ਪਾਤਸ਼ਾਹ ਨੇ। ਇਹ ਤਾਕਤ ਹੈ ਗੁਰੂ ਨਾਨਕ ਜੀ ਦੇ ਘਰ ਦੀ। ਜਦੋਂ ਅਕਾਲ ਪੁਰਖ ਦਾ ਹੱਥ ਸਿਰ ਤੇ ਹੋਵੇ ਤਾਂ ਇਹ ਤਾਕਤ ਬਣਦੀ ਹੈ। ਫਿਰ 10 ਲੱਖ ਦਾ ਘੇਰਾ ਵੀ ਥਰ ਥਰ ਕੰਬਦਾ ਹੈ। ਫਿਰ 10 ਲੱਖ ਵੀ ਵਧੀਆ ਤੋਂ ਵਧੀਆ ਸ਼ਸਤਰ ਲੈ ਕੇ ਕੰਬਦਾ ਹੈ। ਜਿਵੇਂ ਸਾਰਾ ਗੜੀ ਦੇ ਵਿੱਚ 21 ਸਿੰਘਾਂ ਨੇ ਕਿਵੇਂ 12,000 ਪਠਾਣਾ ਲੋਹੇ ਦੇ ਚਣੇ ਚ ਪਾਏ। ਜਿਵੇਂ ਬਾਬਾ ਕੌਮ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਗੱਲ ਕਰੀਏ, ਉਹਨਾਂ ਦੇ ਸਿਰ ਤੇ ਅਕਾਲ ਪੁਰਖ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ, ਇਸ ਗੱਲ ਤੇ ਕੋਈ ਸ਼ੰਕਾ ਨਹੀਂ। ਉਹਨਾਂ ਤੇ ਵੀ ਇਹ ਸ਼ੇਰ ਟੁੱਕਦਾ ਹੈ, ਜਿਸ ਰਨ ਮੇਂ ਲੜਾ ਬੇਸਰੋ ਸਮਾਨ ਲੜਾ ਤੂੰ, 100 ਸਿੰਘ ਲੀਏ ਲਾਖੋਂ ਪੇ ਜਾ ਜਾ ਕੇ ਪੜਾ ਤੂੰ। ਲੱਖਾਂ ਦਾ ਘੇਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ, ਦਰਬਾਰ ਸਾਹਿਬ ਨੂੰ, ਮੁੱਠੀ ਭਰ ਸਿੰਘ ਦੇ ਅੰਦਰ। ਇੰਡੀਅਨ ਆਰਮੀ ਦੇ ਮੁਕਾਬਲੇ ਬਹੁਤੇ ਚੰਗੇ ਹਥਿਆਰ ਵੀ ਨਹੀਂ ਤੇ ਵੈਲ ਟ੍ਰੇਨਡ ਬੰਦੇ ਵੀ ਨਹੀਂ। ਪਰ ਕਲਗੀਧਰ ਪਾਤਸ਼ਾਹ ਦਾ ਹੱਥ ਸਿਰ ਤੇ ਹੋਵੇ, ਅਕਾਲ ਪੁਰਖ ਵਾਹਿਗੁਰੂ ਦਾ ਹੱਥ ਸਿਰ ਤੇ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਹੋਵੇ, ਤੇ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ। ਜੇ ਗੁਰੂ ਸਾਡੇ ਵੱਲ, ਲੱਖਾਂ ਬਾਹਾਂ ਕੀ ਕਰ ਲੈਣਗੇ। ਪਰ ਗੱਲ ਇੱਥੇ ਫਿਰ ਇਮਾਨਦਾਰੀ ਦੀ ਆ ਜਾਂਦੀ ਹੈ, ਸੂਰਮਤਾਂ ਦੀ ਆ ਜਾਂਦੀ ਹੈ। ਯੋਧਿਆਂ ਦੇ ਨਿਯਮ ਇਹ ਨਹੀਂ ਹੁੰਦੇ ਔਰੰਗਜ਼ੇਬ ਕੀ
एक जाने नूं 100 बंदा घेर लवे ते कवे मेरे वर्गा बहादर ही कोई नहीं, मेरे वर्गा योधा नहीं। यारा देख 40 ਸਿੰਘਾਂ ਨੂੰ फड़न लई 10 ਲੱਖ ਦਾ घेरा, इत्थे बराबरता नहीं रह गई, इत्थे तू कायर साबित हो गया है। सो महाराज कहते कली बहादरी मैदाने जंग दे विच की करदे मेरे 40 भुखे शेर जदों उन्हां ते 10 ਲੱਖ ਦਾ घेरा आन पिया। के पैमा शिकन बेद रंग आमदंद, म्या तेग तीरो तुफंग आमदंद। वाह गुरु कलगीधर पातशाह महाराज औरंगजेब नूं फिर कहंदे ने अगले शेर दे विच कि पैमा शिकन बेदरंग आमदंद, कहंदे तेरे पैमा शिकन तो भाव हुंदा, पैमा नाम कसम दा हुंदा, वादे दा, करार दा, शिकन तोड़ना, तेरा सौं तोड़न वाला लश्कर, तेरे सौं तोड़न वाले वजीर जरनैल फौजां अदक, बेदरंग आमदन बिना किसी ढिल कीते तो साडे पिछे आ गए। जेकर असी आनंदपुर साहब का किला शांतमई ढंग नाल छड्ड दिता, फिर इन्हां ने सौं तोड़ी, सरसा नदी ते जंग होई, उस तो बाद असी शरण लाई चमकौर साहब दी, उत्थे भी ना टले तेरे सौं तोड़न वाले लश्कर, जिन्हां दे सिर ते खून सवारे कि खौरे कलगीधर पातशाह नूं एवें फड़ लवांगे। कहंदे तेरे सौं तोड़न वाला लश्कर बिना किसी ढिल तो आ गया। ते इन्ना ही नहीं महाराज कहंदे म्या तेग तीरो तुफंग आमदंद, म्या तेगो तीरो तुफंग आमदंद, कहंदे एवें एवें नहीं आया, तीरां तेगां बंदूकां हथियारां नाल तैयार बर तैयार हो के आया। वेख औरंगजेब तेरा सौं तोड़न वाला लश्कर, चमकौर साहब भी बिना किसी ढिल तो साडे मगर आ गया। ते पुरजोर हथियारां दे नाल, लैस हथियारां दे नाल, तेगां शस्त्रां दे नाल, किरपानां ढालां बंदूकां दे नाल आया, भाव की पूरी तैयारी दे नाल आया कि गुरु कलगीधर पातशाह नूं मारना है जां फड़ना है। इस तरह यह नीति लैके साडे मगर है, कला सौं तोड़ के उन्हां दा ढिड नहीं भरिया, सरसा नदी ते सिंह शहीद करवा के उन्हां दा ढिड नहीं भरिया। बाबा जीवन सिंह जी रंगरेटा गुरु का बेटा, उन्हां दी शहीदी सरसा नदी ते होए। ऐसे सूरमे सरसा नदी ते शहीद होए। भाई बचित्र सिंह जी कोटला निहंग खां दे घरे शहीद हो गए। ऐसे सूरमे गुरु कलगीधर पातशाह दे शहीद करके भी उन्हां नूं चैन नहीं आया ते इह सौं तोड़न वाले तेरे जरनैल बिना किसी ढिल तो साडे पिछे आ गए। आन चढ़ाई कीती ते पूरे तैयार बर तैयार, तीरो तुफंग, तीरां तेगां दे नाल, बंदूकां दे नाल साडे मगर आ गए औरंगजेब। ऐसे तेरे सौं तोड़न वाले लश्कर सन। बालाचारगी दरम्या आमदम, बातत बीर तीरो तुफंग आमदम। गुरु कलगीधर पातशाह कहंदे जेकर तेरे सौं तोड़न वाले लश्कर आ गए ना साडे मगर हथियार लैके, ते फिर असी भी ढिल नहीं कीती। बालाचारगी दरम्या आमदम, फिर मजबूरी कारण विचकार मैदानी जंग दे विच सानूं भी आउणा पिया, साडे ਸਿੰਘਾਂ नूं भी आउणा पिया। महाराज कहंदे जे तेरे सौं तोड़न वाले हथियार लैके चढ़ आ गए तो साडे लिए भी मजबूरी बन गई। ते फिर मैं भी जंग दे मैदान विच, मेरा खालसा भी जंग दे मैदान दे विच आ गया ते एवें नहीं आया। बत तबीर तीरो तुफंग आमदम, किरपानां तीरां ते बंदूकां दे नाल तैयार बर तैयार हो के खालसा मैदान ने जंग दे विच उतरिया। फिर मूँह तोड़ना जवाब दिता तेरी 10 ਲੱਖ फौज नूं, 1.25 लाख से एक लड़ाऊं, तबे गोबिंद सिंह नाम कहाऊं। महाराज कहंदे फिर 1.25 ਲੱਖ दे नाल एक नूं लड़ाया, पर फिर भी महाराज कहंदे मजबूरी सी। शौक नहीं आ किसी दे मावां दे पुत्त मारन दे जिहड़े तेरे कोल तनख्वाह लैके काम करदे होण, लड़दे होण। साडा कहंदे खालसा तां जान तली ते धरी बैठा है अपने गुरु लई, इन्ना प्रेम करदा है।
ਪਰ ਮਜਬੂਰੀ ਹੁਣ ਐਸੀ ਬਣ ਗਈ ਤੇਰੀ ਫੌਜਾਂ ਨੂੰ ਮਾਰਨ ਲਈ। ਕਹਿੰਦੇ ਮਜਬੂਰੀ ਸੀ ਤੇ ਫਿਰ ਅਸੀਂ ਵੀ ਮੈਦਾਨੇ ਜੰਗ ਦੇ ਵਿੱਚ ਆ ਗਏ ਤੇ ਤਤਬੀਰ ਤੀਰੋ ਤੁਫੰਗ ਆਮਦਮ ਤੇ ਬੰਦੂਕਾਂ ਸ਼ਸਤਰਾਂ ਦੇ ਨਾਲ ਕਿਰਪਾਨਾਂ ਦੇ ਨਾਲ ਅਸੀਂ ਤਿਆਰ ਬਰ ਤਿਆਰ ਹੋ ਕੇ ਮੈਦਾਨੇ ਜੰਗ ਦੇ ਵਿੱਚ ਉਤਰੇ। ਪਰ ਮਹਾਰਾਜ ਇੱਥੇ ਜਿਹੜੀ ਤਵੱਜੋ ਦੇਣ ਵਾਲੀ ਗੱਲ ਆ ਉਹ ਮਹਾਰਾਜ ਕਹਿੰਦੇ ਬਾਲਾ ਚਾਰ ਗਈ, ਮਜਬੂਰੀ ਸੀ। ਸ਼ਸਤਰ ਚੁੱਕਣੇ ਕਦੋਂ? ਗੁਰੂ ਸਾਹਿਬ ਸਮਝਾ ਰਹੇ ਨੇ ਇਹਦੇ ਵਿੱਚ, ਕਹਿੰਦੇ ਮਜਬੂਰੀ ਸੀ ਸ਼ਸਤਰ ਚੁੱਕ ਲਏ। ਜਬੇ ਬਾਣ ਲਾਗਿਓ ਤਵੈ ਰੋਸ ਜਾਗਿਓ। ਇਹ ਖਾਲਸੇ ਦਾ ਸਿਧਾਂਤ। ਖਾਲਸੇ ਦੇ ਹੱਥ ਜਿੰਨੇ ਤੁਸੀਂ ਸੇਵਾ ਵਾਸਤੇ ਵੇਖੇ ਆ ਉਹ ਫਿਰ ਕੋਈ ਨਾ ਟਲੇ ਤੇ ਕੋਈ ਫਾਇਦਾ ਚੁੱਕੇ ਨਿਮਰਤਾ ਦਾ ਤੇ ਫਿਰ ਉਹ ਵੀ ਤੇਗੇ ਨੂੰ ਪੈਂਦੇ ਨੇ। ਇਤਿਹਾਸ ਪੜ੍ਹ ਕੇ ਵੇਖ ਲਿਓ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਲੈ ਕੇ ਹੁਣ ਤੱਕ ਦਾ ਗੁਰੂ ਕੇ ਖਾਲਸੇ ਨੇ ਕਦੀ ਪਹਿਲ ਨਹੀਂ ਜੇ ਕੀਤੀ, ਕਦੀ ਚੜ੍ਹਾਈ ਕਰਕੇ ਨਹੀਂ ਜੇ ਗਏ। ਜਿੰਨੀਆਂ ਵੀ ਜੰਗਾਂ ਹੋਈਆਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਕੋਈ ਸ਼ੌਂਕ ਥੋੜ੍ਹਾ ਸੀ ਵੀ ਸ਼ਸਤਰ ਚੁੱਕ ਕੇ ਤੇ ਮੁਗਲਾਂ ਨਾਲ ਪੰਗੇ ਲੈਂਦੇ ਫਿਰੀਏ। ਮਜਬੂਰੀ ਬਣ ਗਈ। ਉਹ ਚੜ੍ਹ ਕੇ ਆਏ ਸਨ, ਮੁਗਲ ਚੜ੍ਹ ਕੇ ਆਏ ਸੀ ਤੇ ਮਹਾਰਾਜ ਨੇ ਤੇ ਜਵਾਬ ਹੀ ਦਿੱਤਾ ਸੀ। ਗੁਰੂ ਕਾ ਖਾਲਸਾ ਕਦੀ ਕਿਤੇ ਚੜ੍ਹ ਕੇ ਨਹੀਂ ਜਾਂਦਾ, ਹਮਲਾ ਨਹੀਂ ਕਰਦਾ, ਹਮਲੇ ਦਾ ਮੂੰਹ ਤੋੜਨਾ ਜਵਾਬ ਜ਼ਰੂਰ ਦਿੰਦਾ ਜੀ। ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ, ਇਹ ਵੀ ਇੱਕ ਹਮਲਾ ਸੀ ਸਿੱਖੀ ਦੇ ਉੱਪਰ। ਜਦੋਂ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਤੇ ਫਿਰ ਮਹਾਰਾਜ ਨੇ ਕਿਹਾ ਨਹੀਂ, ਕੇਵਲ ਸੰਤ ਦੇ ਲਿਬਾਸ ਵਿੱਚ ਨਹੀਂ ਚੱਲਣਾ ਪੈਣਾ, ਹੁਣ ਮੀਰੀ ਤੇ ਪੀਰੀ ਦੀਆਂ ਦੋਵੇਂ ਤਲਵਾਰਾਂ ਧਾਰਨ ਕਰਨੀਆਂ ਪੈਣੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੇਲਾ 14 ਜੰਗਾਂ ਮਹਾਰਾਜ ਨੇ ਲੜੀਆਂ। ਕਲਗੀਧਰ ਪਾਤਸ਼ਾਹ ਨੇ ਇੱਕ ਵੀ ਜੰਗ ਦੇ ਵਿੱਚ ਆਪ ਹਮਲਾ ਨਹੀਂ ਕੀਤਾ। ਪਹਾੜੀ ਰਾਜੇ ਇਕੱਠੇ ਹੋਏ ਸਲਾਹ ਕੀਤੀ ਵੀ ਕਲਗੀਧਰ ਪਾਤਸ਼ਾਹ ਨੂੰ ਕਿਤੇ ਐਵੇਂ ਨੱਪ ਲਾਂਗੇ, ਇਹ ਤੇ ਬੱਚੇ ਜੇ ਹਨ। ਮਹਾਰਾਜ ਦੀ ਜਦੋਂ ਪਹਿਲੀ ਜੰਗ ਹੋਈ ਅਫਗਾਨੀ ਦੀ ਉਦੋਂ ਉਮਰ ਬੜੀ ਛੋਟੀ ਸੀ ਮਹਾਰਾਜ ਦੀ, ਤੇ ਕਹਿੰਦੇ ਇਹ ਤੇ ਬੱਚੇ ਜੇ ਇੱਦਾਂ ਕਿੱਦਾਂ ਨੱਪ ਲਾਂਗੇ, ਕੋਈ ਚੱਕਰ ਹੀ ਨਹੀਂ। ਤੇ ਮਹਾਰਾਜ ਉੱਪਰ ਹਮਲਾ ਕਰਕੇ ਆਏ ਨੇ ਤੇ ਗੁਰੂ ਸਾਹਿਬ ਨੇ ਉਹਦਾ ਜਵਾਬ ਦਿੱਤਾ। ਗੁਰੂ ਕਲਗੀਧਰ ਪਾਤਸ਼ਾਹ ਨੇ ਕਦੀ ਕਿਸੇ ਤੇ ਚੜ੍ਹਾਈ ਨਹੀਂ ਕੀਤੀ, ਗੁਰੂ ਕੇ ਖਾਲਸੇ ਨੇ ਚੜ੍ਹਾਈ ਨਹੀਂ ਕੀਤੀ। ਚੜ੍ਹ ਕੇ ਜਿਹੜਾ ਆਉਂਦਾ ਜ਼ੁਲਮ ਕਰਨ ਵਾਸਤੇ ਜਿਹੜਾ ਆਉਂਦਾ ਤੇ ਫਿਰ ਮੂੰਹ ਤੋੜਨ ਦਾ ਜਵਾਬ ਦਿੱਤਾ। ਹੁਣ ਇੱਥੇ ਵੀ ਗੱਲ ਇਵੇਂ ਦੀ ਬਣੀ, ਤੇਰੀਆਂ ਫੌਜਾਂ ਨੇ ਸਹੁੰ ਤੋੜ ਕੇ ਚੜ੍ਹਾਈ ਕੀਤੀ ਤੇ ਪੂਰੀ ਤਿਆਰ ਬਰ ਤਿਆਰ ਹੋ ਕੇ ਆਈ ਸ਼ਸਤਰਾਂ ਦੇ ਨਾਲ। ਫਿਰ ਮਹਾਰਾਜ ਕਹਿੰਦੇ ਮਜਬੂਰੀ ਸੀ, ਸਾਨੂੰ ਵੀ ਜੰਗ ਦੇ ਵਿੱਚ ਉਤਰਨਾ ਪਿਆ। ਇਹ ਸਿਧਾਂਤ ਤੇ ਗੁਰੂ ਕੇ ਖਾਲਸੇ ਨੇ ਲੜਾਈ ਕਰਨੀ ਤੇ ਕਿੱਦਾਂ ਕਰਨੀ, ਕਿਉਂ ਕਰਨੀ। ਸੰਤ ਜਰਨੈਲ ਸਿੰਘ ਜੀ ਸਿੰਘ ਲੈ ਕੇ ਦਿੱਲੀ ਤੇ ਚੜ੍ਹਾਈ ਨਹੀਂ ਸੀ ਕੀਤੀ। ਹੁਣ ਅਬਦਾਲੀ ਦੀ ਰੂਹ ਇੰਦਰਾ ਦੇ ਵਿੱਚ ਆਈ, ਕਹਿੰਦੀ ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ, ਤੇ ਚੜ੍ਹ ਕੇ ਆਈ ਹੈ ਮੁਕੱਦਸ ਅਸਥਾਨ ਉੱਪਰ। ਤੇ ਫਿਰ ਗੁਰੂ ਦਾ ਪੁੱਤਰ ਤੇ ਉਹੀ ਆ ਨਾ ਜਿਹੜਾ ਮੂੰਹ ਤੋੜਨਾ ਜਵਾਬ ਦੇਵੇ। ਬਾਬਾ ਇੱਕ ਕੌਮ ਨੇ ਮੂੰਹ ਤੋੜਨਾ ਜਵਾਬ ਦਿੱਤਾ। ਭਾਰਤ ਦੀ ਤੀਜੇ ਨੰਬਰ ਤੇ ਆਰਮੀ ਆ ਭਾਰਤ ਵਰਸ਼ ਦੀ ਪੂਰੇ ਵਰਲਡ ਦੇ ਵਿੱਚ, ਜਿਵੇਂ ਉਸ ਸਮੇਂ ਔਰੰਗਜ਼ੇਬ ਦੇ ਸੀ। ਏਸ਼ੀਆ ਦੀ ਸਭ ਤੋਂ ਵੱਡੀ ਸਲਤਨਤ ਮੁਗਲਿਆ ਸਲਤਨਤ। ਤੇ ਜਿਹੜਾ ਚੜ੍ਹ ਕੇ ਆਵੇਗਾ ਤੇ ਗੁਰੂ ਕਾ ਖਾਲਸਾ ਫਿਰ ਹੱਥ ਦਿਖਾਵੇਗਾ ਉਹਨੂੰ। ਉਵੇਂ ਸ਼ਾਂਤ ਆ, ਉਵੇਂ ਠੰਡਾ ਆ, ਉਵੇਂ ਸੇਵਾ ਕਰਕੇ ਰਾਜੀ ਆ। ਤੇ ਪਰ ਇਹ ਵੀ ਗੱਲ ਸਰਕਾਰ ਧਿਆਨ ਦੇ ਵਿੱਚ ਰੱਖੇ, ਜਿਹੜਾ ਸੇਵਾ ਕਰਦਾ ਹੈ ਉਹਦੇ ਕੋਲ ਸ਼ਸਤਰ ਵੀ ਰਹਿੰਦਾ ਹੈ, ਤਿਆਰ ਬਰ ਤਿਆਰ ਰਹਿੰਦਾ ਹੈ। ਜ਼ੁਲਮ ਕਿਸੇ ਤੇ ਵੀ ਹੁੰਦਾ ਰਵੇ, ਖਾਲਸਾ ਖੜੇ। ਹੁਣ ਸਾਡਾ ਹਿੰਦੂ ਧਰਮ ਨਾਲ ਕੀ ਲੈਣਾ ਦੇਣਾ ਸੀ, ਸਾਡਾ ਸਨਾਤਨ ਮਤ ਨਾਲ ਕੀ ਲੈਣਾ ਦੇਣਾ ਸੀ। ਕਈ ਰੀਤੀ ਰਿਵਾਜ ਗੁਰੂ ਕੀ ਬਾਣੀ ਖੰਡਨ ਕਰਦੀ ਹੈ ਸਨਾਤਨ ਮਤ ਦੀ, ਪਰ ਨਹੀਂ। ਜੰਝੂ ਲੱਥਣ ਲੱਗਾ, ਫਰਿਆਦ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਕੋਲ, ਮਹਾਰਾਜ ਨੇ ਸ਼ਾਂਤਮਈ ਢੰਗ ਨਾਲ ਸ਼ਹੀਦੀ ਦਿੱਤੀ। ਇੱਕ ਪੰਡਤ ਦੀ ਘਰ ਵਾਲੀ ਕੋਈ ਪਠਾਨ ਚੁੱਕ ਕੇ ਲੈ ਗਿਆ। ਹੁਣ ਪੰਡਤ ਕਿੱਥੇ, ਗੁਰੂ ਕਾ ਸਿੰਘ ਕਿੱਥੇ। ਜੇ ਕਹੀਏ ਵੀ ਨਹੀਂ ਅਸੀਂ ਤੇ ਆਪਣੇ ਲਈ ਲੜਨਾ ਆ, ਆਪਣੇ ਲਈ ਖੜਨਾ। ਸਾਹਿਬਜ਼ਾਦਾ ਅਜੀਤ ਸਿੰਘ ਨੇ ਬੱਸੀ ਪਠਾਣਾ ਉਹ ਛਡਵਾ ਕੇ ਦਿੱਤੀ। ਮਜਬੂਰੀ ਕਰਕੇ ਸਿੰਘ ਮੈਦਾਨੇ ਜੰਗ ਵਿੱਚ ਉਤਰਦਾ, ਕਿਸੇ ਤੇ ਹਮਲਾ ਕਰ ਲੈਣੀ।
ਖਾਲਸੇ ਦਾ ਕਦੀ ਇਹ ਸਿਧਾਂਤ ਨਹੀਂ ਰਿਹਾ ਵੀ ਜ਼ਰ ਜ਼ੋਰੂ ਜ਼ਮੀਨ ਦੇ ਕਰਕੇ ਉਹ ਜੰਗ ਕਰੇ। ਆਪਣੇ ਹੱਕਾਂ ਲਈ ਜੰਗ ਕਰਦਾ ਏ ਜਾਂ ਜ਼ੁਲਮ ਦਾ ਜਵਾਬ ਦੇਣ ਲਈ ਜੰਗ ਕਰਦਾ, ਮਨੁੱਖਤਾ ਦੀ ਰਾਖੀ ਲਈ ਜੰਗ ਕਰਦਾ ਹੈ, ਇੱਜ਼ਤ ਬਚਾਉਣ ਲਈ ਅਬਦਾਲੀ ਦੇ ਨਾਲ, ਅਬਦਾਲੀ ਵਰਗਿਆਂ ਦੇ ਨਾਲ ਜੰਗ ਕਰਦਾ ਹੈ। ਤੇ ਸਨਾਤਨ ਮਤ ਵਰਗਾ ਧਰਮ ਮਤ ਬਚਾਉਣ ਲਈ ਮੁਗਲਾਂ ਨਾਲ ਟਾਕਰਾ ਕਰਦਾ ਹੈ। ਤੇ ਮਹਾਰਾਜ ਕਹਿੰਦੇ ਬਾਲਾਚਾਰਗੀ ਦਰਮਿਆਂ ਆਮਦਮ, ਹੁਣ ਮਜਬੂਰੀ ਆ ਗਈ। ਬਾ ਤਦਬੀਰ ਤੀਰੋ ਤੁਫੰਗ ਆਮਦਮ, ਮੈਂ ਵੀ ਫਿਰ ਤੀਰਾਂ ਤੇਗਾਂ ਬੰਦੂਕਾਂ ਦੇ ਨਾਲ ਤਿਆਰ ਬਰ ਤਿਆਰ ਹੋ ਕੇ ਔਰੰਗਜ਼ੇਬ ਮੈਦਾਨੀ ਜੰਗ ਦੇ ਵਿੱਚ ਉਤਰ ਗਿਆ। ਚੁਕਾਰ ਅਜ਼ ਹਮ ਹੀਲਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬੈ ਸ਼ਮਸ਼ੀਰ ਦਸਤ। ਤੇ ਜੇ ਹੁਣ ਕਲਗੀਧਰ ਪਾਤਸ਼ਾਹ ਨੂੰ ਪੁੱਛੇ ਕੀ ਠੀਕ ਕੀਤੀ ਮਜਬੂਰੀ ਕਰਕੇ ਤਲਵਾਰ ਚੁੱਕ ਲੈਣੀ। ਗੁਰੂ ਜੀ ਆਪ ਹੀ ਸ਼ਸਤਰਧਾਰੀ ਹੋ, ਆਪਕਾ ਖਾਲਸਾ ਸ਼ਸਤਰਧਾਰੀ ਹੈ, ਤੇ ਫਿਰ ਸ਼ਸਤਰ ਖਾਲਸਾ ਦਿਖਾਉਂਦਾ ਕਦੋਂ? ਤੇ ਮਹਾਰਾਜ ਬੜਾ ਪਿਆਰਾ ਬਚਨ ਫਾਰਸੀ ਵਿੱਚ ਕਹਿੰਦੇ ਚੂਕਾਰ ਅਜ਼ ਹਮੈ ਹੀਲਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬੈ ਸ਼ਮਸ਼ੀਰ ਦਸਤ। ਜਦੋਂ ਸ਼ਾਂਤਮਈ ਢੰਗ ਨਾਲ ਕੀਤੇ ਹੀਲੇ ਵਸੀਲਿਆਂ ਦਾ ਕੋਈ ਨਿਬੇੜਾ ਨਾ ਨਿਕਲੇ, ਫਿਰ ਤਲਵਾਰ ਨੂੰ ਦਸਤ, ਸ਼ਮਸ਼ੇਰ ਦਸਤ, ਫਿਰ ਸ਼ਮਸ਼ੀਰ ਨੂੰ, ਤੇਗ ਨੂੰ ਹੱਥ ਪਾਉਣਾ ਜਾਇਜ਼ ਹੈ। ਮਹਾਰਾਜ ਕਹਿੰਦੇ ਪਹਿਲਾਂ ਸ਼ਾਂਤੀ ਦਾ ਨਿਯਮ ਅਪਣਾਓ, ਵੀ ਜੇ ਸ਼ਾਂਤੀ ਨਾਲ ਗੱਲ ਹੋ ਜਾਵੇ ਬਿਨਾਂ ਖੂਨ ਖਰਾਬੇ ਤੋਂ ਉਹਦੇ ਨਾਲ ਦੀ ਰੀਸ ਹੀ ਨਹੀਂ। ਪਰ ਜੇਕਰ ਤੁਸੀਂ ਹੱਥ ਜੋੜੀ ਜਾਵੇ ਤੇ ਸਾਹਮਣੇ ਵਾਲਾ ਤੁਹਾਡੇ ਮੂੰਹ ਤੇ ਚਪੇੜਾ ਹੀ ਮਾਰੀ ਜਾਵੇ, ਫਿਰ ਕਹਿੰਦੇ ਡਾਂਗ ਚੁੱਕ ਲਓ। ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਉਦੋਂ ਤੋਂ ਵੱਡਾ ਪਾਪ ਹੈ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਸਾਡੀ ਤੇਗ ਜਿਹੜੀ ਆ, ਤਲਵਾਰ ਜਿਹੜੀ ਆ, ਉਦੋਂ ਉੱਠਦੀ ਹੈ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਗਏ। ਮਹਾਰਾਜਾ ਨੇ ਸ਼ਾਂਤੀ ਦੇ ਸਾਰੇ ਹੀਲੇ ਵਸੀਲੇ ਖਤਮ ਹੋ ਗਏ। ਫਿਰ ਅਸੀਂ ਮਜਬੂਰੀ ਦੇ ਕਰਕੇ ਤੇ ਹੱਥ ਹਥਿਆਰ ਨੂੰ ਪਾਲਿਆ। ਤੇ ਇਹ ਜਾਇਜ਼ ਆ। ਮਹਾਰਾਜ ਆਂਦੇ ਵੀ ਜਦੋਂ ਸਾਰੇ ਸ਼ਾਂਤਮਈ ਢੰਗ ਨਾਲ ਕੀਤੇ ਹੀਲੇ ਵਸੀਲਿਆਂ ਦਾ ਕੋਈ ਨਿਬੇੜਾ ਨਾ ਨਿਕਲੇ, ਫਿਰ ਤੇਗ ਨੂੰ ਹੱਥ ਪਾਉਣਾ ਬਿਲਕੁਲ ਜਾਇਜ਼ ਆ। ਸ਼ਾਂਤੀ ਦੇ ਨਾਲ ਆਨੰਦਗੜ੍ਹ ਦਾ ਕਿਲ੍ਹਾ ਛੱਡਿਆ ਤੇ ਫਿਰ ਤੁਸੀਂ ਸਹੁੰ ਤੋੜੀ ਤੇ ਸਿੰਘ ਸ਼ਹੀਦ ਕੀਤੇ, ਫਿਰ ਵੀ ਸ਼ਾਂਤ ਰਹੇ, ਪਰਿਵਾਰ ਵਿਛੜ ਗਿਆ, ਸ਼ਾਂਤ ਰਹੇ। ਚਮਕੌਰ ਸਾਹਿਬ ਦੇ ਪਿੱਛੇ ਆ ਗਏ ਤੁਸੀਂ 10 ਲੱਖ ਦੀ ਫੌਜ ਲੈ ਕੇ। ਫਿਰ ਕਹਿੰਦੇ ਸਾਨੂੰ ਲੱਗਾ ਵੀ ਹੁਣ ਕੋਈ ਹੀਲਾ ਵਸੀਲਾ ਸ਼ਾਂਤੀ ਦਾ ਨਾਲ ਨਹੀਂ ਨਿਕਲਣਾ। ਫਿਰ ਅਸੀਂ ਵੀ ਤਿਆਰ ਬਰ ਤਿਆਰ ਹੋ ਗਏ ਤੇ ਤੇਗਾਂ ਨੂੰ ਹੱਥ ਪਾਲੇ ਤੇ ਫਿਰ ਤੇਰਾ ਕੱਲਾ ਕੱਲਾ ਸਿਪਾਹੀ ਵੱਢਿਆ। ਅੱਲਾ ਯਾਰ ਖਾਂ ਯੋਗੀ ਲਿਖਦਾ ਇਸ ਦੇ ਬਾਬਤ, ਮਜਬੂਰ ਹੋ ਗਏ तो लड़ाई दिखाएंगे, मजबूर हो गए तो लड़ाई दिखाएंगे, इधर तेगे खालसे की सफाई दिखाएंगे। ਕਹਿੰਦੇ ਮਜਬੂਰ ਹੋ ਕੇ ਫਿਰ ਅਸੀਂ ਲੜਾਈ ਦਿਖਾਵਾਂਗੇ, ਫਿਰ ਖਾਲਸਾ ਤੇਗਾਂ ਦੀ ਸਫਾਈ ਦਿਖਾਊਗਾ ਵੀ ਖਾਲਸਾ ਜੰਗ ਕਿਵੇਂ ਕਰਦਾ। ਫਿਰ ਗੁਰੂ ਗੋਬਿੰਦ ਸਿੰਘ 1.25 ਲੱਖ ਦੇ ਨਾਲ ਇੱਕ ਕਿਵੇਂ ਲੜਾਉਂਦਾ ਹੈ। ਗੁਰੂ ਸਾਹਿਬ ਜੀ ਨੇ ਸਾਨੂੰ 5 ਕਕਾਰ ਬਖਸ਼ੇ ਆ। ਮੈਂ ਛੋਟੀ ਜਿਹੀ ਬੇਨਤੀ ਕਰਾਂ। ਹੁਣ 5 ਦੇ ਵਿੱਚੋਂ ਕਿਰਪਾਨ ਆ। ਆਪਾਂ ਕਿਰਪਾਨ ਹੀ ਕਿਉਂ ਕਹਿੰਦੇ ਆ? ਤਲਵਾਰ ਕਿਉਂ ਨਹੀਂ ਕਹਿ ਦਿੰਦੇ? ਸ਼ਮਸ਼ੀਰ ਕਿਉਂ ਨਹੀਂ ਕਹਿ ਦਿੰਦੇ? ਸੈਫ ਕਿਉਂ ਨਹੀਂ ਕਹਿ ਦਿੰਦੇ? ਕਲਗੀਧਰ ਪਾਤਸ਼ਾਹ ਨੇ ਕਿਰਪਾਨ ਨਾਮ ਦਿੱਤਾ, ਜਿਹਦੇ ਦਾ ਅਰਥ ਨਿਕਲਦਾ ਆ, ਅਰਥ ਤੋੜ ਕੇ ਵੇਖੀਏ ਤੇ ਕਿਰਪਾ ਆਣ। ਕਹਿੰਦੇ ਸਿੰਘਾ ਚੇਤੇ ਰੱਖੀ, ਤੇਰੀ ਕਿਰਪਾਨ ਨਿਕਲੇ ਤਾਂ ਕਿਰਪਾ ਕਰਨ ਲਈ ਨਿਕਲੇ। ਖਾਲਸੇ ਦੀ ਤੇਗ ਨਿਕਲਦੀ ਹੈ ਤੇ ਕਿਰਪਾ ਕਰਨ ਲਈ ਨਿਕਲਦੀ ਹੈ। ਆਤਮ ਰੱਖਿਆ ਲਈ ਨਿਕਲਦੀ ਹੈ, ਇੱਜ਼ਤਾਂ ਬਚਾਉਣ ਲਈ ਨਿਕਲਦੀ ਹੈ, ਧਰਮ ਨੂੰ ਬਚਾਉਣ ਲਈ ਨਿਕਲਦੀ ਹੈ। ਇਸ ਵਾਸਤੇ ਮਹਾਰਾਜ ਨੇ ਕਿਰਪਾਨ ਨਾਮ ਦੇ ਕੇ ਬਖਸ਼ਿਸ਼ ਕੀਤੀ। ਇਹ ਸਮਝਾਇਆ ਵੀ 5 ਕਕਾਰਾਂ ਦੇ ਵਿੱਚੋਂ ਕਿਰਪਾਨ ਇਹ ਤੇਰੀ ਜਦੋਂ ਨਿਕਲੇ, ਕਿਸੇ ਮਜ਼ਲੂਮ ਦੀ, ਗਊ ਗਰੀਬ ਦੀ ਕਿਰਪਾ ਕਰਨ ਲਈ ਉੱਠੇ, ਜ਼ੁਲਮ ਕਰਨ ਦੇ ਲਈ ਨਹੀਂ, ਜ਼ੁਲਮ ਨੂੰ ਰੋਕਣ ਦੇ ਲਈ। ਜੇਕਰ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਖਾਲਸੇ ਦੇ ਦਾਦਾ ਨੇ, ਸਾਡੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹਿੰਦੂਆਂ ਦੇ ਲਈ ਸ਼ਹੀਦੀ ਦਿੱਤੀ ਚਾਂਦਨੀ ਚੌਂਕ ਦੇ ਵਿੱਚ, ਸਨਾਤਨ ਮਤ ਨੂੰ ਬਚਾਉਣ ਦੇ ਲਈ।
ਤੇ 1947 ਦੇ ਵਿੱਚ ਕੁਝ ਫਿਰਕਾ ਇਦਾਂ ਦਾ ਸੀ, ਜਦੋਂ ਵੰਡ ਹੋਈ ਤੇ ਮੁਸਲਮਾਨਾਂ ਨੂੰ ਮਾਰਦੇ ਸੀ ਪਿੰਡਾਂ ਦੇ ਵਿੱਚੋਂ ਕੱਢ ਕੱਢ ਕੇ। ਕਈਆਂ ਦੇ ਦਿਮਾਗ ਇਵੇਂ ਦੇ ਹੋ ਗਏ ਸੀ, ਨਫ਼ਰਤ ਦੇ ਨਾਲ ਭਰ ਦਿੱਤੇ ਸਿਆਸਤ ਨੇ। ਤੇ ਉਹਨਾਂ ਦੀ ਬਹੁ ਬੇਟੀਆਂ ਦੇ ਤੱਕ ਬਲਾਤਕਾਰ ਤੱਕ ਦੀ ਨੌਬਤ ਆ ਗਈ। ਤੇ ਉਦੋਂ ਵੀ ਗੁਰੂ ਕੇ ਸਿੰਘਾਂ ਨੇ, ਕੋਈ ਚੜ੍ਹਦੀ ਕਲਾ ਵਾਲੇ ਸਿੰਘਾਂ ਨੇ ਉਹਨਾਂ ਦੀ ਬਹੁ ਬੇਟੀਆਂ ਦੀ ਇੱਜ਼ਤ ਕੀਤੀ, ਉਹਨਾਂ ਨੂੰ ਆਪਣੇ ਘਰ ਪਨਾਹ ਦਿੱਤੀ ਮੁਸਲਮਾਨਾਂ ਨੂੰ, ਜਦੋਂ ਪਾਕਿਸਤਾਨ ਬਣਦਾ ਸੀ। ਇਸ ਵਾਸਤੇ ਜ਼ੁਲਮ ਕਿਸੇ ਤੇ ਵੀ ਹੁੰਦਾ ਹੋਵੇ, ਗੁਰੂ ਕਾ ਖਾਲਸਾ ਖੜੇਗਾ ਹੀ ਖੜੇਗਾ। ਚਾਹੇ ਉਹ ਕਿਸ ਤਰ੍ਹਾਂ ਖੜਨਾ ਪਵੇ, ਕੋਈ ਮਹਾਮਾਰੀ ਆ ਜਾਵੇ ਤਾਂ ਸੇਵਾ ਕਰਕੇ ਖੜਦਾ। ਕੋਈ ਜ਼ੁਲਮ ਕਰੇ ਕਿਸੇ ਸਮੁਦਾਇ ਤੇ, ਕਿਸੇ ਧਰਮ ਤੇ, ਤਾਂ ਗੁਰੂ ਤੇਗ ਬਹਾਦਰ ਸਾਹਿਬ ਵਰਗੇ ਮਹਾਨ ਗੁਰੂ ਸ਼ਹੀਦੀ ਦਿੰਦੇ ਨੇ। ਇਸ ਵਾਸਤੇ ਕਿਰਪਾਨ ਦਾ ਇਹ ਅਰਥ ਆ, ਕਿਰਪਾ ਕਰਨ ਲਈ ਉੱਠਦੀ ਆ। ਤੇ ਉੱਠਦੀ ਉਦੋਂ ਆ ਜਦੋਂ ਸਾਰੇ ਹੀ ਲੇਵ ਸੀਲੇ ਖਤਮ ਹੋ ਜਾਣ। ਤੇ ਫਿਰ ਮਹਾਰਾਜ ਆਂਦੇ ਸ਼ਮਸ਼ੀਰ ਨੂੰ ਹੱਥ ਪਾਉਣਾ, ਤੇਗੇ ਨੂੰ ਹੱਥ ਪਾਉਣਾ ਫਿਰ ਜਾਇਜ਼ ਆ। ਸੋ 22 ਸ਼ੇਰਾਂ ਦੀ ਵਿਚਾਰ ਵਿਆਖਿਆ ਮਹਾਰਾਜ ਜੀ ਨੇ ਕਰਵਾਉਣਾ ਕੀਤੀ ਹੈ। ਗੁਰੂ ਕਲਗੀਧਰ ਪਾਤਸ਼ਾਹ ਕਿਰਪਾ ਕਰੇ। 22 ਸ਼ੇਰ ਤੱਕ ਵਿਚਾਰ ਵਿਆਖਿਆ ਅੱਜ ਮੁਕੰਮਲ ਹੋਈ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ। ਅੱਗੇ ਗੁਰੂ ਕਲਗੀਧਰ ਪਾਤਸ਼ਾਹ ਰਹਿਮਤ ਭਰਿਆ ਹੱਥ ਰੱਖਣ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਫਾਰਸੀ ਭਾਸ਼ਾ ਵਿੱਚ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ। ਉਚਾਰਨ ਕਰਨ ਸਮੇਂ, ਬੋਲਣ ਸਮੇਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ, ਕਈ ਗੱਲਾਂ ਰਹਿ ਜਾਂਦੀਆਂ ਹਨ। ਆਪ ਸਭ ਸੰਗਤ ਖਿਮਾ ਬਖਸ਼ਣ ਯੋਗ ਹੋ। ਮਹਾਰਾਜ ਕਿਰਪਾ ਕਰਨ, ਆਪ ਜੀ ਨੇ ਖਿਮਾ ਬਖਸ਼ਣੀ, ਅਗਾਂਹ ਤੋਂ ਕਥਾ ਕਰਵਾਉਣ ਦੀ ਜਾਚ ਬਖਸ਼ਣੀ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਚੂਕਾਰ ਅਜ਼ ਹਮ ਹੀਲਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬੈ ਸ਼ਮਸ਼ੀਰ ਦਸਤ। ਵਾਹਿਗੁਰੂ ਜੀ ਕਾ ਖਾਲਸਾ।